ਸ਼੍ਰੀ ਅਕਾਲ ਪਿਆਰੇ ਬੱਚਿਓ। ਬੇਟਾ ਆਪਾਂ MCQs ਕਰ ਰਹੇ ਸੀਗੇ ਜਮਾਤ 8ਵੀਂ ਲਈ ਇੱਕ ਇੱਕ ਅੰਕਾਂ ਵਾਲੇ ਮੈਥ ਦੇ ਛੋਟੇ ਕੁਐਸਚਨ ਜੋ ਆਪਾਂ ਨੂੰ 32 ਕੁਐਸਚਨ ਪੁੱਛੇ ਜਾਣੇ ਆ। ਪਹਿਲੇ 2 ਚੈਪਟਰ ਦੇ ਆਪਾਂ ਕੁਐਸਚਨ ਡਿਸਕਸ ਕਰ ਲਏ ਸੀ। ਅੱਜ ਆਪਾਂ ਬੇਟਾ ਅਗਲੇ ਚੈਪਟਰ ਦੀ ਗੱਲ ਕਰਾਂਗੇ, ਚਤੁਰਭੁਜਾਵਾਂ ਅਤੇ ਇਸ ਦੇ ਗੁਣ। ਠੀਕ ਹੈ, ਇਸ ਚੈਪਟਰ ਦੇ ਵਿੱਚੋਂ ਆਪਾਂ ਕੁਐਸਚਨ ਆ ਜਿਹੜੇ ਉਹ ਇੱਕ ਇੱਕ ਅੰਕਾਂ ਵਾਲੇ ਕਿਹੋ ਜਿਹੇ ਕੁਐਸਚਨ ਆਪਾਂ ਨੂੰ ਪੁੱਛੇ ਜਾਣਗੇ ਉਹ ਆਪਾਂ ਡਿਸਕਸ ਕਰਾਂਗੇ। ठीक है जी, चलो स्टार्ट करिए बेटा। फस्ट क्वेश्चन तो ਹੇਠ ਲਿਖਿਆਂ ਵਿੱਚੋਂ ਕਿਸ ਚਤੁਰਭੁਜ ਦੀਆਂ 2 ਲਾਗਮੀਆਂ ਭੁਜਾਵਾਂ ਦੇ ਜੋੜੇ ਬਰਾਬਰ ਅਤੇ ਵਿਕਰਨ ਸਮਕੋਣ ਤੇ ਕੱਟਦੇ ਹਨ। ਆਪਸ਼ਨਸ ਆਪਾਂ ਦਿੱਤੀਆਂ ਵਰਗ, ਸਮਚਤੁਰਭੁਜ, ਪਤੰਗ, ਆਇਤ। ਵਿਚ ਆਫ ਦਾ ਫੋਲੋਇੰਗ ਕੁਆਡਰੀਲੇਟਰਲ हैज़ 2 pairs of adjacent sides equal and its diagonal intersect each other at ਰਾਈਟ ਐਂਗਲ। ਰਾਈਟ ਐਂਗਲ ਮਤਲਬ ਸਮਕੋਣ 'ਤੇ ਕੱਟਦੇ ਹਨ। ਸਕੇਅਰ, ਰੋਮਬਸ, ਕਾਈਟ ਔਰ ਰਿਕਟੈਂਗਲ, ਇਹਨਾਂ ਦੇ ਵਿੱਚੋਂ ਆਪਾਂ ਚੂਜ਼ ਕਰਨਾ ਹੈ। ਬਹੁਤ ਬੱਚਿਆਂ ਨੂੰ ਇਹਦਾ ਆਨਸਰ ਪਤਾ ਹੋਏਗਾ। ਕੀ ਆ ਬੇਟਾ? ਲਾਗਮੀਆਂ ਭੁਜਾਵਾਂ ਦੇ ਜੋੜੇ ਬਰਾਬਰ, ਐਡਜੈਸੈਂਟ ਸਾਈਡਸ ਇਕੁਅਲ। ਲਾਗਮੀਆਂ ਭੁਜਾਵਾਂ ਦੇ ਜੋੜੇ ਬਰਾਬਰ ਕਿਹੜੀ ਚਤੁਰਭੁਜ ਦੇ ਵਿੱਚ ਹੁੰਦੇ ਨੇ? ਪਤੰਗ ਦੇ ਵਿੱਚ ਹੁੰਦੇ ਨੇ। ਠੀਕ ਹੈ, ਵਰਗ ਦੇ ਵਿੱਚ ਸਾਰੀਆਂ ਭੁਜਾਵਾਂ ਬਰਾਬਰ, ਸਮਚਤੁਰਭੁਜ ਦੇ ਵਿੱਚ ਵੀ ਸਾਰੀਆਂ ਭੁਜਾਵਾਂ ਬਰਾਬਰ, ਇਹਦੇ ਵਿੱਚ ਆਮੋ ਸਾਹਮਣੇ ਦੀ ਬਰਾਬਰ ਮਤਲਬ ਸਨਮੁਖ ਬਰਾਬਰ। ਤਾਂ ਲਾਗਮੀਆਂ ਭੁਜਾਵਾਂ ਕਿਹਦੇ ਵਿੱਚ ਬਰਾਬਰ ਹੁੰਦੀਆਂ ਬੇਟਾ? ਜਿਹੜੀ ਆਪਣੀ ਚਤੁਰਭੁਜ ਪਤੰਗ ਹੈ ਉਹਦੇ ਵਿੱਚ ਬਰਾਬਰ ਹੁੰਦੀਆਂ। ਅਤੇ ਇਹਦੇ ਵਿੱਚ ਵਿਕਿਰਨ ਵੀ ਨੇ ਜਿਹੜੇ ਇੱਕ ਦੂਜੇ ਨੂੰ ਸਮਕੋਣ 'ਤੇ ਕੱਟਦੇ ਨੇ। ਕੋਣ 90 ਡਿਗਰੀ ਬਣਦਾ ਵਿਕਿਰਨਾਂ ਦੇ ਵਿਚਕਾਰ। ਠੀਕ ਹੈ ਜੀ, ਅਤੇ ਇਹਦੇ ਲਈ ਕਾਈਟ, ਪਤੰਗ ਇਹ ਸਹੀ ਆਪਸ਼ਨ ਆ ਜਾਏਗੀ। ਲਾਗਮੀਆਂ ਭੁਜਾਵਾਂ ਦੇ ਜੋੜੇ ਬਰਾਬਰ ਅਤੇ ਵਿਕਿਰਨ ਸਮਕੋਣ 'ਤੇ ਕੱਟਦੇ ਹਨ। ਕਲੀਅਰ ਹੈ ਬੇਟਾ ਪਹਿਲਾ ਕੁਐਸਚਨ। ਉਦੋਂ ਅਗਲਾ ਕੁਐਸਚਨ ਦੇਖੋ। ਦੂਜਾ, ਹੇਠ ਲਿਖਿਆਂ ਵਿੱਚੋਂ ਕਿਸ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਦਾ ਕੇਵਲ ਇੱਕ ਜੋੜਾ ਸਮਾਂਤਰ ਹੁੰਦਾ ਹੈ? ਆਪਸ਼ਨਸ ਨੇ ਆਪਣੇ ਕੋਲ ਸਮਚਤੁਰਭੁਜ, ਸਮਬਲਮ ਚਤੁਰਭੁਜ, ਪਤੰਗ, ਆਇਤ। ਵਿਚ ਆਫ ਦਾ ਫੋਲੋਇੰਗ ਕੁਆਡਰੀਲੇਟਰ ਹੈਜ਼ ਓਨਲੀ 1 pair of opposite sides parallel? ਰੋਮਬਸ, ਟ੍ਰੈਪੇਜ਼ਮ, ਕਾਈਟ ਔਰ ਰਿਕਟੈਂਗਲ। ਇਹ ਆਪਣੇ ਕੋਲ ਆਪਸ਼ਨਸ ਨੇ ਬੇਟਾ 4। ਇਹਨਾਂ ਦੇ ਵਿੱਚੋਂ ਆਪਾਂ ਦੱਸਣਾ ਵੀ ਕਿਹੜੀ ਬੇਟਾ ਆਊਗੀ ਜਿਹਦੇ ਵਿੱਚ ਸਨਮੁਖ ਭੁਜਾਵਾਂ ਦਾ ਇੱਕ ਜੋੜਾ ਸਮਾਂਤਰ ਹੁੰਦਾ ਹੈ, ਇੱਕ ਪੇਅਰ ਪੈਰਲਲ ਹੋਊਗਾ ਭੁਜਾਵਾਂ ਦਾ। ਕਿਹੜੀ ਹੁੰਦੀ ਹੈ ਬੇਟਾ ਉਹ? ਆਸਾਨ ਹੀ ਹੈ ਵੀ। ਕਿਹੜੀ ਹੁੰਦੀ ਹੈ ਬੇਟਾ ਉਹ? ਸਮਬਲੰਬ ਚਤੁਰਭੁਜ, ਟ੍ਰੈਪਿਜ਼ਮ। ਇਹਦੇ ਵਿੱਚ ਇੱਕ ਜੋੜਾ ਭੁਜਾਵਾਂ ਦਾ ਸਮਾਂਤਰ ਹੁੰਦਾ। ਆਹ ਜੋੜਾ ਇਹਦੇ ਸਮਾਂਤਰ ਹੈ। ਠੀਕ ਹੈ, ਤਾਂ ਇਹ ਜੋੜਾ ਸਮਾਂਤਰ ਹੈ। ਕਿਹੜੀ ਹੁੰਦੀ ਹੈ ਚਤੁਰਭੁਜ ਬੇਟਾ? ਇਹ ਸਮਬਲਮ ਚਤੁਰਭੁਜ, ਟ੍ਰੈਪਿਜ਼ਮ। ਠੀਕ ਹੈ, ਅਗਲਾ, ਹੇਠ ਲਿਖਿਆਂ ਵਿੱਚੋਂ ਕਿਹੜੀ ਸਮਬਹੁਭੁਜ ਹੈ? ਸਮਬਹੁਭੁਜ ਮਤਲਬ ਭੁਜਾਵਾਂ ਬਰਾਬਰ ਵੀ ਨੇ। ਠੀਕ ਹੈ, ਕਿਹੜੀ ਹੈ ਬੇਟਾ? ਦੇਖੋ, ਵਿਚ ਆਫ ਦਾ ਫੋਲੋਇੰਗ ਇਜ਼ ਅ ਰੈਗੂਲਰ ਪੋਲੀਗਨ, ਰਿਕਟੈਂਗਲ, ਸਕੇਅਰ, ਰੋਮਬਸ, ਕਾਈਟ। ਕਿਹੜੀ ਹੈ ਵੀ ਸਮਬਹੁਭੁਜ? ਕਿਹੜੀ ਹੈ ਸਮਬਹੁਭੁਜ ਬੇਟਾ? ਵਰਗ, ਸਕੇਅਰ। ਠੀਕ ਹੈ, ਸਮਬਹੁਭੁਜ ਕਿਹੜੀ ਹੈ? ਵਰਗ, ਸਕੇਅਰ, ਸਮਚਤੁਰਭੁਜ, ਰੋਮਬਸ। ਇਹ ਵੀ ਸਮਬਹੁਭੁਜ ਹੈ। ਇਹਦੇ ਵਿੱਚ ਵੀ ਭੁਜਾਵਾਂ ਬਰਾਬਰ ਨੇ। ਠੀਕ ਹੈ, ਵਰਗ ਵੀ ਇਹਦੇ ਲਈ ਸਹੀ ਆਪਸ਼ਨ ਹੈ ਅਤੇ ਸਮਚਤੁਰਭੁਜ ਵੀ ਇਹਦੇ ਲਈ ਸਹੀ ਆਪਸ਼ਨ ਹੈ। ਠੀਕ ਹੈ ਬੇਟਾ, ਅਗਲਾ ਕੁਐਸਚਨ, ਕਿਸ ਚਤੁਰਭੁਜ ਦੇ ਸਾਰੇ ਕੋਣ ਸਮਕੋਣ? ਸਾਰੇ ਕੋਣ ਸਮਕੋਣ ਮਤਲਬ 90 ਡਿਗਰੀ ਦੇ। ਸਨਮੁਖ ਭੁਜਾਵਾਂ ਬਰਾਬਰ, ਅੱਗੇ ਵਿਕਿਰਨ ਇੱਕ ਦੂਜੇ ਦੇ ਲੰਬ ਸਮਦੁਭਾਜਕ ਕਰਦੇ ਨੇ। ਇੱਕ ਤਾਂ ਸਾਰੇ ਕੋਣ ਸਮਕੋਣ ਹੋਣੇ ਚਾਹੀਦੇ ਨੇ। ਸਨਮੁਖ ਭੁਜਾਵਾਂ ਕੀ ਹੋਣੀ ਚਾਹੀਦੀਆਂ ਬੇਟਾ? ਬਰਾਬਰ ਹੋਣੀਆਂ ਚਾਹੀਦੀਆਂ ਨੇ। ਅਤੇ ਵਿਕਿਰਨ ਇੱਕ ਦੂਜੇ ਨੂੰ ਲੰਬ ਸਮਦੁਭਾਜਕ ਕਰਨੇ ਚਾਹੀਦੇ ਨੇ। ਕਿਹਦੇ ਵਿੱਚ ਹੁੰਦਾ ਬੇਟਾ ਇਹ? ਵਰਗ ਦੇ ਵਿੱਚ। ਵਰਗ ਦੇ ਵਿੱਚ ਭਾਵੇਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ ਪਰ ਸਨਮੁਖ ਭੁਜਾਵਾਂ ਵੀ ਵਰਗ ਦੇ ਵਿੱਚ ਬਰਾਬਰ ਹੁੰਦੀਆਂ ਨੇ। ਸਾਰੇ ਕੋਣ ਸਮਕੋਣ ਹੁੰਦੇ ਨੇ। ਵਿਕਿਰਨ ਇੱਕ ਦੂਜੇ ਨੂੰ ਲੰਬ ਸਮਦੁਭਾਜਕ ਕਰਦੇ ਨੇ। ਇਹ ਕੁਆਡਰੀਲੇਟਰ ਹੈ ਜਿਹਦੇ ਵਿੱਚ ਵੀ ਸਾਰੇ ਰਾਈਟ ਐਂਗਲ ਹੁੰਦੇ ਨੇ, ਓਪੋਜਿਟ ਸਾਈਡ ਇਕੁਅਲ ਹੁੰਦੀਆਂ ਨੇ, ਡਾਇਗੋਨਲ ਬਾਈਸੈਕਟ ਕਰਦੇ ਨੇ ਐਟ 90 ਡਿਗਰੀ। ਠੀਕ ਹੈ ਜੀ, ਤਾਂ ਕਿਹੜੀ ਹੈ ਇਹ? ਵਰਗ ਹੈ। ਸਕੇਅਰ। ਅਗਲਾ ਕੁਐਸਚਨ ਦੇਖੋ, ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਰਤ ਸਮਾਂਤਰ ਚਤੁਰਭੁਜ ਦੇ ਲਾਗਮੀ ਕੋਣਾਂ ਲਈ ਸਹੀ ਹੈ? ਸਮਾਂਤਰ ਚਤੁਰਭੁਜ ਦੇ ਲਾਗਮੀ ਕੋਣ ਕਿਹੜੇ ਕੋਣ ਬਣ ਗਏ ਵੀ ਲਾਗਮੀ? ਆਹ ਕੋਣ ਅਤੇ ਇਹ ਕੋਣ। ਕੀ ਹੈ ਵੀ ਇਹ? ਇਹਨਾਂ ਦਾ ਜੋੜ ਆਪਾਂ ਨੂੰ ਪਤਾ ਵੀ 180 ਹੁੰਦਾ। ਸਨਮੁਖ ਕੋਣ ਸਮਾਂਤਰ ਚਤੁਰਭੁਜ ਦੇ ਬਰਾਬਰ ਹੁੰਦੇ ਨੇ।
ਆਮੋ ਸਾਹਮਣੇ ਦੇ ਕੋਣ ਪਰ ਜਿਹੜੇ ਲਾਗਵੇਂ ਕੋਣ ਨੇ ਉਹਨਾਂ ਦਾ ਜੋੜ 180 ਹੁੰਦਾ ਹੈ। ਉਹ ਕੋਣ ਜਿਨ੍ਹਾਂ ਦਾ ਜੋੜ 180 ਹੁੰਦਾ ਕਿਹੜੇ ਕੋਣ ਹੁੰਦੇ ਆ ਬੇਟਾ? ਸੰਪੂਰਕ ਕੋਣ ਹੁੰਦੇ ਨੇ। ਠੀਕ ਹੈ, ਲਾਗਵੇਂ ਕੋਣਾਂ ਲਈ ਕੀ ਸਹੀ ਹੈ ਵੀ ਇਹ ਕੋਣ ਕਿਹੜੇ ਹੁੰਦੇ ਨੇ? ਸੰਪੂਰਕ ਕੋਣ ਹੁੰਦੇ ਨੇ। ਇੰਗਲਿਸ਼ ਦੇ ਵਿੱਚ ਵੀ ਵਿਚ ਆਫ ਦਾ ਫੋਲੋਇੰਗ ਇਜ਼ ਟਰੂ ਫॉर द एडजेसेंट एंगल्स ऑफ पैरेललोग्राम दे आर इक्वल टू ईच अदर, दे आर कंप्लीमेंट्री एंगल, दे आर सप्लीमेंट्री एंगल, नन ऑफ दिस। किहड़ा सही आ जाएगा भी दे आर सप्लीमेंट्री एंगल्स। सप्लीमेंट्री एंगल्स आर दोज पेयर ऑफ एंगल हुज सम इज़ 180, जिन्हां दा सम कितना हुंदा बेटा? 180 डिग्री हुंदा। ठीक है, अगला क्वेश्चन 7वां, किसे पंजभुज दे बाहरी कोणां दा जोड़ कितना हुंदा है? कितना हुंदा बेटा? The sides of pentagon are extended in order which of the following the sum of exterior angle of a pentagon। ਬਾਹਰੀ ਕੋਣਾਂ ਦਾ ਜੋੜਫਲ ਪੁੱਛਿਆ। ਬਾਹਰੀ ਕੋਣਾਂ ਦਾ ਕੋਈ ਵੀ ਬਹੁਭੁਜ ਆਪਾਂ ਨੂੰ ਪੁੱਛ ਲੈਣ, ਦੇ ਦੇਣ ਬਾਹਰੀ ਕੋਣਾਂ ਦਾ ਜੋੜਫਲ ਆਪਾਂ ਨੂੰ ਪੁੱਛਣ, ਐਕਸਟੀਰੀਅਰ ਐਂਗਲਸ ਦਾ ਸਮ ਆਪਾਂ ਨੂੰ ਪੁੱਛਣ ਤਾਂ ਆਪਾਂ ਕੀ ਦੇਵਾਂਗੇ ਬੇਟਾ? 360 ਡਿਗਰੀ ਉੱਤਰ ਦੇਵਾਂਗੇ। ਕਈ ਬੱਚੇ ਦਾ ਉੱਤਰ ਆ ਜਿਹੜਾ 540 ਲਾਉਣਗੇ। 540 ਆ ਜਿਹੜੇ ਉਹ ਅੰਦਰੂਨੀ ਕੋਣਾਂ ਦਾ ਜੋੜਫਲ ਹੈ। ਬਾਹਰੀ ਕੋਣਾਂ ਦਾ ਜੋੜਫਲ ਕਿੰਨਾ ਲਾਉਣਾ ਬੇਟਾ ਆਪਾਂ? 360 ਡਿਗਰੀ। ਅਗਲਾ ਕੁਐਸਚਨ, ਹੇਠ ਲਿਖਿਆਂ ਵਿੱਚੋਂ ਕਿਹੜੀ ਚਤੁਰਭੁਜ ਦਾ ਵਿਕਿਰਨ ਇਸ ਨੂੰ ਦੋ ਸਰਵੰਗ ਸਮ ਤਿਕੋਣਾਂ ਵਿੱਚ ਨਹੀਂ ਵੰਡਦਾ ਹੈ? ਕਿਹੜੀ ਦਾ ਨਹੀਂ ਵੰਡਦਾ? ਪਹਿਲਾਂ ਆਪਾਂ ਸਮ ਚਤੁਰਭੁਜ ਦੀ ਗੱਲ ਕਰ ਲਈਏ ਜਿਹਦੇ ਵਿੱਚ ਭੁਜਾਵਾਂ ਬਰਾਬਰ ਹੁੰਦੀਆਂ ਨੇ। ਇਹਦਾ ਵਿਕਿਰਨ ਆ ਤਾਂ ਆਹ ਜਿਹੜੀਆਂ ਦੋ ਤ੍ਰਿਭੁਜਾਂ ਬਣਨੀਆਂ ਇਹ ਸਰਵੰਗ ਸਮ ਹੋਣਗੀਆਂ, ਮਤਲਬ ਇੱਕੋ ਜਿਹੀਆਂ ਬਣਨੀਆਂ ਦੋਨੇ। ਦੇਖਣ 'ਚ ਹੀ ਪਤਾ ਲੱਗਦਾ ਵੀ ਦੋਨੋਂ ਇੱਕੋ ਜਿਹੀਆਂ ਨੇ। ਠੀਕ ਹੈ, ਇਹ ਸਹੀ ਹੈ, ਸਮ ਚਤੁਰਭੁਜ ਲਈ ਬਣਦਾ। ਦੇਖੋ ਵੀ ਅੱਗੇ ਆਪਾਂ ਨੂੰ ਸਮਬਲੰਬ ਦਿੱਤਾ, ਆਪਸ਼ਨ ਆਪਾਂ ਨੂੰ ਕਿਹੜੀ ਦਿੱਤੀ ਆ ਵੀ? ਸਮਬਲੰਬ। ਹੁਣ ਤੁਸੀਂ ਆਪ ਦੇਖ ਕੇ ਦੱਸੋ ਵੀ ਇਹਦੇ ਵਿੱਚ ਜਿਹੜੀਆਂ ਤ੍ਰਿਭੁਜਾਂ ਬਣ ਰਹੀਆਂ ਨੇ ਕੀ ਇਹ ਇੱਕੋ ਜਿਹੀਆਂ ਨੇ? ਬਿਲਕੁਲ ਨਹੀਂ, ਇਹ ਤ੍ਰਿਭੁਜਾਂ ਸਰਵੰਗ ਸਮ ਨਹੀਂ, ਬਿਲਕੁਲ ਇੱਕੋ ਜਿਹੀਆਂ ਨਹੀਂ। ਤਾਂ ਇਹਦੇ ਲਈ ਸਹੀ ਆਪਸ਼ਨ ਇਹ ਆ ਜਾਏਗੀ। ਅੱਗੇ ਵਰਗ ਦੇ ਵਿੱਚ ਵੀ ਜਦੋਂ ਆਪਾਂ ਬਣਾਵਾਂਗੇ ਵੀ ਬੇਟਾ ਦੋ ਵਿਕਿਰਨ ਨਾਲ ਦੋ ਤ੍ਰਿਭੁਜਾਂ ਬਣਾਵਾਂਗੇ ਤਾਂ ਉਹ ਦੋਨੇ ਇੱਕੋ ਜਿਹੀਆਂ ਬਣਨਗੀਆਂ, ਸਰਵੰਗ ਸਮ ਬਣਨਗੀਆਂ। ਆਇਤ ਦੇ ਵਿੱਚ ਵੀ ਦੋਨੋਂ ਇੱਕੋ ਜਿਹੀਆਂ ਬਣਨਗੀਆਂ। ਠੀਕ ਹੈ, ਤਾਂ ਇਹਦੇ ਲਈ ਕਿਹੜੀ ਸਹੀ ਆਪਸ਼ਨ ਬਣੇਗੀ? ਸਮਬਲੰਬ। ਜਿਵੇਂ ਇੰਗਲਿਸ਼ ਦੇ ਵਿੱਚ diagonal of which of the following quadrilaterals do not intersect it into congruent triangles। ਕਿਹੜਾ ਵੀ ਆ ਜਾਏਗਾ ਆਪਸ਼ਨ? ਰੋਹੰਬਸ ਮਤਲਬ ਸਮਚਤੁਰਭੁਜ, ਟ੍ਰੈਪੇਜ਼ਮ ਮਤਲਬ ਸਮਬਲੰਬ, ਸਕੁਅਰ ਵਰਗ, ਰੈਕਟੈਂਗਲ। ਇਹਦੇ ਲਈ ਸਹੀ ਕਿਹੜੀ ਆ ਜਾਏਗੀ? ਟ੍ਰੈਪੇਜ਼ਮ। ਸਮਬਲੰਬ ਦਾ ਜਿਹੜਾ ਵਿਕਿਰਨ ਹੈ ਉਸ ਨੂੰ ਦੋ ਸਮਾਨ ਸਰਵੰਗ ਸਮ ਤ੍ਰਿਭੁਜਾਂ ਦੇ ਵਿੱਚ ਨਹੀਂ ਵੰਡਦਾ। ਇਹ ਆਪਾਂ ਨੂੰ ਡਾਇਗਰਾਮ ਤੋਂ ਹੀ ਕਲੀਅਰ ਹੋ ਰਿਹਾ ਹੈ। ਠੀਕ ਹੈ, ਆਹ ਦੋਨੋਂ ਤ੍ਰਿਭੁਜਾਂ ਇੱਕੋ ਜਿਹੀਆਂ ਨਹੀਂ ਹੈਗੀਆਂ। ਠੀਕ ਹੈ ਜੀ, ਅਗਲਾ ਕੁਐਸਚਨ, ਜੇਕਰ ਕਿਸੇ ਚਤੁਰਭੁਜ ਦੇ ਅੰਦਰਲੇ ਤਿੰਨ ਕੋਣ ਹਰੇਕ ਦਾ ਮਾਪ 75 ਡਿਗਰੀ ਹੋਵੇ ਤਾਂ ਚੌਥਾ ਕੋਣ ਪਤਾ ਕਰੋ। ਹੁਣ ਆਪਾਂ ਨੂੰ ਕੋਈ ਵੀ ਦਿੱਤੀ ਹੈ ਵੀ ਚਤੁਰਭੁਜ ਜਿਹਦੇ ਤਿੰਨ ਕੋਣ ਆਪਾਂ ਨੂੰ 75 ਡਿਗਰੀ ਦਿੱਤੇ ਨੇ। ਆਪਾਂ ਨੂੰ ਪਤਾ ਵੀ ਚਤੁਰਭੁਜ ਦੇ ਚਾਰੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਬੇਟਾ? ਕਿੰਨੇ 75 ਦਿੱਤੇ ਨੇ? ਚੌਥਾ ਆਪਾਂ ਐਕਸ ਮੰਨ ਲਾਂਗੇ। ਚਾਰੇ ਕੋਣਾਂ ਦਾ ਜੋੜਫਲ ਕਿੰਨਾ ਹੁੰਦਾ? 360 ਡਿਗਰੀ। ਕਿੰਨਾ ਹੋ ਜਾਊਗਾ ਵੀ ਜੋੜਫਲ? 150। 75 ਤੇ 75 150, 150 ਤੇ 75 ਕਿੰਨਾ ਹੋ ਜਾਏਗਾ ਵੀ? 150 ਪਲੱਸ 75 ਪਲੱਸ ਐਕਸ ਬਰਾਬਰ 360। ਕਿੰਨਾ ਹੋ ਜਾਏਗਾ? 5 7 5 12 225। ਠੀਕ ਹੈ, ਪਲੱਸ ਐਕਸ ਬਰਾਬਰ 360। 150 ਤੇ 75 ਦਾ ਜੋੜ ਕਿੰਨਾ ਹੋ ਜਾਏਗਾ ਬੇਟਾ? 225। ਠੀਕ ਹੈ, 360 ਦੇ ਵਿੱਚੋਂ ਆਪਾਂ 225 ਘਟਾ ਦਾਂਗੇ। ਕਿੰਨਾ ਬਣ ਜਾਏਗਾ ਬੇਟਾ? 360 ਦੇ ਵਿੱਚੋਂ 225 ਘਟਾ ਕੇ ਚੌਥਾ ਕੌਣ? ਦੇਖੋ ਘਟਾਓ। 5 ਰਹਿ ਗਿਆ ਇੱਥੇ, 5 ਚੋਂ 4 ਕੱਢੇ 3। ਠੀਕ ਹੈ, 135 ਡਿਗਰੀ ਜਿਹੜਾ ਚੌਥਾ ਕੋਣ ਆਏਗਾ ਉਹ ਚਤੁਰਭੁਜ ਦਾ ਕਿੰਨਾ ਆ ਜਾਏਗਾ ਬੇਟਾ? 135 ਡਿਗਰੀ ਆ ਜਾਏਗਾ। ਠੀਕ ਹੈ, if three angles are quadrilateral are 75 degree each, the fourth angle will be 135 degree। ਠੀਕ ਹੈ ਜੀ, ਕਿਉਂਕਿ ਚੌਥੇ ਚਾਰੇ ਕੋਣਾਂ ਦਾ ਜੋੜਫਲ ਆਪਣੇ ਕੋਲ ਕਿੰਨਾ ਹੁੰਦਾ? 360। ਅਗਲਾ ਕੁਐਸਚਨ, ਇਹਨਾਂ ਵਿੱਚੋਂ ਕਿਸ ਚਤੁਰਭੁਜ ਦੇ ਵਿਕਿਰਨ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ? ਕਿਸ ਦੇ ਕਰਦੇ ਨੇ ਬੇਟਾ ਇੱਕ ਦੂਜੇ ਨੂੰ ਸਮਦੁਭਾਜਕ? ਪਤੰਗ ਦੇ। ਪਤੰਗ ਜੇ ਆਪਾਂ ਬਣਾਈਏ ਲਾਗੀਆਂ ਭੁਜਾਵਾਂ ਦੇ ਜੋੜੇ ਪਤੰਗ ਦੇ ਵਿੱਚ ਬਰਾਬਰ ਹੁੰਦੇ ਨੇ, ਕੀ ਇਹਦੇ ਜਿਹੜੇ ਵਿਕਿਰਨ ਇੱਕ ਦੂਜੇ ਨੂੰ ਸਮਦੁਭਾਜਕ ਕਰਦੇ ਨੇ? ਬਿਲਕੁਲ ਨਹੀਂ, ਇੱਧਰ ਤਾਂ ਘੱਟ ਰਹਿ ਗਿਆ, ਇੱਧਰ ਜ਼ਿਆਦਾ ਰਹਿ ਗਿਆ। ਠੀਕ ਹੈ, ਪਤੰਗ ਨਹੀਂ ਹੈ। ਸਮਬਲੰਬ ਚਤੁਰਭੁਜ ਦੇ ਵਿਕਿਰਨ
ਇਹ ਸਮਲੰਬ ਚਤੁਰਭੁਜ ਦੀ ਇਹਦੇ ਵਿਕਰਨ ਇੱਕ ਦੂਜੇ ਨੂੰ ਸਮਦਭਾਜਕ ਕਰਦੇ ਨੇ, ਨਹੀਂ ਇੱਧਰ ਘੱਟ ਹੈ ਇੱਧਰ ਜ਼ਿਆਦਾ ਹੈ, ਸਮਦਭਾਜਕ ਨਹੀਂ ਕਰਦੇ। ਸਮਦਭਾਜਕ ਦਾ ਮਤਲਬ ਦੋ ਬਰਾਬਰ ਭਾਗਾਂ 'ਚ ਵੰਡਦੇ ਨੇ, ਠੀਕ ਹੈ, ਤਾਂ ਇਹ ਵੀ ਨਹੀਂ ਹੈ। ਵਰਗ ਦੇ ਵਿਕਰਨ ਜਿਹੜੇ ਇੱਕ ਦੂਜੇ ਨੂੰ ਸਮਦਭਾਜਿਤ ਕਰਦੇ ਨੇ। ਜਦੋਂ ਆਪਾਂ ਵਰਗ ਬਣਾਵਾਂਗੇ ਡਾਇਗਰਾਮ, ਉਹਦੇ ਵਿਕਰਨ ਜਿਹੜੇ ਉਹ ਇੱਕ ਦੂਜੇ ਨੂੰ ਸਮਦਭਾਜਿਤ ਕਰਦੇ ਨੇ, ਦੇਖ ਕੇ ਹੀ ਪਤਾ ਲੱਗਦਾ, ਠੀਕ ਹੈ। ਤਾਂ ਇਹਦੇ ਲਈ ਸਹੀ ਆਪਸ਼ਨ ਕਿਹੜੀ ਆ ਜਾਏਗੀ? ਵਰਗ ਆ ਜਾਏਗੀ। ਐਵੇਂ ਇੰਗਲਿਸ਼ ਦੇ ਵਿੱਚ ਫॉर ਵਿਚ ਆਫ ਦਾ ਫੋਲੋਇੰਗ ਕੁਆਡਰੀਲੇਟਰਲਸ ਡਾਇਗੋਨਲ ਬਾਈਸੈਕਟਸ ਈਚ ਅਦਰ, ਜਿਹੜਾ ਆਏਗਾ ਬੇਟਾ ਇਹਦੇ ਲਈ ਸਹੀ ਆਪਸ਼ਨ ਸਕੁਅਰ। ਵਰਗ ਦੇ ਵਿੱਚ ਬਾਈਸੈਕਟ ਕਰਦੇ ਨੇ। ਅਗਲਾ, ਹੇਠ ਲਿਖਿਆਂ ਵਿੱਚੋਂ ਕਿਸ ਦੇ ਸਾਰੇ ਕੋਣ ਬਰਾਬਰ ਹੁੰਦੇ ਨੇ? ਸਾਰੇ ਕੋਣ ਬਰਾਬਰ ਕਿਹਦੇ ਵਿੱਚ ਹੁੰਦੇ ਨੇ? ਆਇਤ, ਪਤੰਗ, ਸਮਲੰਬ ਚਤੁਰਭੁਜ, ਸਮ ਚਤੁਰਭੁਜ। ਇਨ ਵਿਚ ਆਫ ਦਾ ਫੋਲੋਇੰਗ ਕੁਆਡਰੀਲੇਟਰ ਆਲ ਐਂਗਲਸ ਆਰ ਇਕੁਅਲ। ਦੇਖੋ ਬੇਟਾ, ਸਾਰੇ ਕੋਣ ਆ ਜਿਹੜੇ ਦੋ ਚਤੁਰਭੁਜ ਦੇ ਵਿੱਚ ਬਰਾਬਰ ਹੁੰਦੇ ਨੇ, ਕਿਹਦੇ ਵਿੱਚ ਹੁੰਦੇ ਨੇ? ਇੱਕ ਤਾਂ ਸਾਰੇ ਕੋਣ ਬਰਾਬਰ ਹੁੰਦੇ ਨੇ ਵਰਗ ਦੇ ਵਿੱਚ, ਇੱਕ ਸਾਰੇ ਕੋਣ ਕਿਹਦੇ ਵਿੱਚ ਬਰਾਬਰ ਹੁੰਦੇ ਨੇ ਬੇਟਾ? ਆਇਤ ਦੇ ਵਿੱਚ। ਤਾਂ ਇਹਦੇ ਲਈ ਇਹਦੇ ਆਪਸ਼ਨਾਂ ਦੇ ਵਿੱਚੋਂ ਆਪਣੇ ਕੋਲ ਵਰਗ ਨਹੀਂ ਹੈ ਤਾਂ ਕਿਹੜੀ ਆਪਸ਼ਨ ਆ? ਆਇਤ, ਰੈਕਟੈਂਗਲ, ਠੀਕ ਹੈ, ਰੈਕਟੈਂਗਲ, ਆਇਤ ਇਹਦੇ ਲਈ ਸਹੀ ਆਪਸ਼ਨ ਆ ਜਾਏਗੀ। ਜੇ ਵਰਗ ਹੁੰਦਾ ਤਾਂ ਵਰਗ ਆਪਾਂ ਲਾਉਣੀ ਸੀ, ਠੀਕ ਹੈ। ਅਗਲਾ ਕੁਐਸਚਨ ਵੀ, ਹੇਠ ਲਿਖਿਆਂ ਵਿੱਚੋਂ ਕਿਸ ਦੇ ਵਿਕਰਨ ਆਪਸ ਵਿੱਚ ਸਮਕੋਣ 'ਤੇ ਕੱਟਦੇ ਨੇ? ਸਮਾਂਤਰ ਚਤੁਰਭੁਜ ਦੇ ਸਮਕੋਣ 'ਤੇ ਕੱਟਦੇ ਨੇ ਬੇਟਾ। ਸਮਾਂਤਰ ਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਸਮਕੋਣ 'ਤੇ ਕੱਟਦੇ ਨੇ। ਦੇਖੋ, ਬਣਦਾ ਇੱਥੇ 90 ਡਿਗਰੀ ਦਾ ਕੋਣ? ਨਹੀਂ ਬਣਦਾ, ਇਹ ਨਹੀਂ ਆਉਂਦੀ ਸਮਾਂਤਰ ਚਤੁਰਭੁਜ। ਪਤੰਗ ਬਣਾ ਕੇ ਦੇਖਦੇ ਹਾਂ ਆਪਾਂ, ਸਮਕੋਣ 'ਤੇ ਕੱਟਦੇ ਨੇ ਇਹਦੇ ਵਿਕਰਨ, ਪਹਿਲਾਂ ਵੀ ਕਰ ਚੁੱਕੇ ਆਪਾਂ, ਕੱਟਦੇ ਨੇ, ਠੀਕ ਹੈ। ਤਾਂ ਪਤੰਗ ਇਹਦੇ ਲਈ ਸਹੀ ਆਪਸ਼ਨ ਆ ਜਾਏਗੀ। ਫॉर ਵਿਚ ਆਫ ਦਾ ਫੋਲੋਇੰਗ ਡਾਇਗੋਨਲ ਆਰ ਪਰਪੈਂਡੀਕੂਲਰ ਟੂ ਈਚ ਅਦਰ, ਆਪਸ਼ਨ ਇਜ਼ ਕਾਈਟ, ਠੀਕ ਹੈ। ਬਾਕੀ ਕਿਸੇ ਵੀ ਚਤੁਰਭੁਜ ਦੇ ਵਿੱਚ ਜਿਹੜੀਆਂ ਆਪਾਂ ਨੂੰ ਦਿੱਤੀਆਂ ਨੇ ਸਮਕੋਣ 'ਤੇ ਨਹੀਂ ਕੱਟਦੇ, ਠੀਕ ਹੈ। ਹੇਠ ਲਿਖਿਆਂ ਵਿੱਚੋਂ ਕਿਸ ਦੇ ਵਿਕਰਨ ਆਪਸ ਵਿੱਚ ਬਰਾਬਰ ਹੁੰਦੇ ਨੇ? ਸਮਲੰਬ, ਸਮ ਚਤੁਰਭੁਜ, ਸਮਾਂਤਰ ਚਤੁਰਭੁਜ, ਆਇਤ। ਫॉर ਵਿਚ ਆਫ ਦਾ ਫੋਲੋਇੰਗ ਫਿਗਰ ਡਾਇਗੋਨਲਸ ਆਰ ਇਕੁਅਲ ਟੂ ਈਚ ਅਦਰ। ਇਹ ਵੀ ਤੁਸੀਂ ਯਾਦ ਰੱਖਣਾ। ਇਹਦੇ ਵਿੱਚ ਵੀ ਦੋ ਹੀ ਨੇ ਬੇਟਾ ਜਿਨ੍ਹਾਂ ਦੇ ਵਿੱਚ ਵਿਕਰਨ ਬਰਾਬਰ ਹੁੰਦੇ ਆ, ਵਰਗ ਅਤੇ ਆਇਤ। ਵਰਗ ਅਤੇ ਆਇਤ ਦੇ ਵਿੱਚ ਵਿਕਰਨ ਜਿਹੜੇ ਉਹ ਬਰਾਬਰ ਹੁੰਦੇ ਨੇ। ਹੁਣ ਆਪਸ਼ਨ ਦੇ ਵਿੱਚ ਆਪਣੇ ਕੋਲ ਵਰਗ ਨਹੀਂ ਹੈ ਤਾਂ ਆਪਾਂ ਕੀ ਲਾਵਾਂਗੇ ਬੇਟਾ? ਆਇਤ, ਰੈਕਟੈਂਗਲ, ਠੀਕ ਹੈ। ਆਇਤ ਦੇ ਵਿੱਚ ਵਿਕਰਨ ਬਰਾਬਰ ਹੁੰਦੇ ਨੇ, ਰੈਕਟੈਂਗਲ ਸਹੀ ਆਪਸ਼ਨ। ਅਗਲਾ, ਹੇਠਾਂ ਦਿੱਤੇ ਚਿੱਤਰਾਂ ਵਿੱਚੋਂ ਕਿਹੜੇ ਚਿੱਤਰ ਇਹਨਾਂ ਸ਼ਰਤਾਂ ਨੂੰ ਪੂਰਾ ਕਰਦੇ ਨੇ? ਕਿਹੜੇ ਪੂਰਾ ਕਰਦੇ ਨੇ ਬੇਟਾ? ਸਾਰੀਆਂ ਭੁਜਾਵਾਂ ਬਰਾਬਰ ਹੋਣ। ਕੀ 'ਚ ਬਰਾਬਰ ਹੁੰਦੀਆਂ ਸਾਰੀਆਂ ਭੁਜਾਵਾਂ? ਬਰਾਬਰ ਵਰਗ। ਇਹਦੇ ਲਈ ਸਹੀ ਆਪਸ਼ਨ ਕੀ ਆ ਜਾਏਗੀ? ਵਰਗ। ਸਾਰੇ ਕੋਣ ਬਰਾਬਰ ਹੋਣ, ਇਹਦੇ ਵਿੱਚ ਸਹੀ ਆਪਸ਼ਨ ਕਿਹੜੀ ਆ ਜਾਏਗੀ? ਵਰਗ। ਸਨਮੁਖ ਭੁਜਾਵਾਂ ਸਮਾਂਤਰ ਹੋਣ। ਹੁਣ ਦੇਖੋ ਵੀ ਸਨਮੁਖ ਭੁਜਾਵਾਂ ਸਮਾਂਤਰ ਕਿਹਦੇ ਵਿੱਚ ਨੇ? ਵਰਗ ਦੇ ਵਿੱਚ ਵੀ ਨੇ, ਸਮਾਂਤਰ ਚਤੁਰਭੁਜ ਵਿੱਚ ਵੀ ਆਮੋ ਸਾਹਮਣੇ ਦੀਆਂ ਭੁਜਾਵਾਂ ਸਮਾਂਤਰ ਨੇ, ਆਇਤ ਦੇ ਵਿੱਚ ਵੀ ਆਮੋ ਸਾਹਮਣੇ ਦੀਆਂ ਭੁਜਾਵਾਂ ਸਮਾਂਤਰ ਨੇ, ਠੀਕ ਹੈ। ਕੋਣ ਬਰਾਬਰ ਹੋਣ, ਇਹਦੇ ਵਿੱਚ ਦੋ ਆਪਸ਼ਨਾਂ ਸਹੀ ਆਉਣੀਆਂ, ਵਰਗ ਅਤੇ ਆਇਤ, ਠੀਕ ਹੈ। ਸੌਖਾ ਹੀ ਸੀਗਾ। ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਸਮਲੰਬ ਚਤੁਰਭੁਜ ਨੂੰ ਦਰਸਾਉਂਦੀ ਹੈ? ਵਿਚ ਆਫ ਦਾ ਫੋਲੋਇੰਗ ਪ੍ਰੋਪਰਟੀ ਡਿਸਕ੍ਰਾਈਬ ਆ ਟ੍ਰੈਪਿਜ਼ਮ। ਸਮਲੰਬ ਚਤੁਰਭੁਜ ਨੂੰ ਕਿਹੜੀ ਸਟੇਟਮੈਂਟ ਦਰਸਾਉਂਦੀ ਹੈ? ਸਨਮੁਖ ਭੁਜਾਵਾਂ ਦਾ ਇੱਕ ਜੋੜਾ ਸਮਾਂਤਰ ਹੋਵੇ, ਸਹੀ ਹੈ ਇਹ, ਠੀਕ ਹੈ। ਵਨ ਪੇਅਰ ਆਫ ਓਪੋਜਿਟ ਸਾਈਡਸ ਆਰ ਪੈਰਲਲ, ਸਹੀ ਹੈ, ਇਹ ਦਰਸਾਉਂਦੀ ਹੈ। ਵਿਕਰਨ ਇੱਕ ਦੂਜੇ ਨੂੰ ਸਮਦਭਾਜਿਤ ਕਰਦੇ ਨੇ, ਦੇਖ ਲਓ, ਨਹੀਂ ਕਰਦੇ, ਗਲਤ ਹੈ ਇਹ। ਵਿਕਰਨ ਇੱਕ ਦੂਜੇ ਨੂੰ ਸਮਕੋਣ 'ਤੇ ਕੱਟਦੇ ਨੇ, ਇਹ ਵੀ ਗਲਤ ਹੈ ਕਿਉਂਕਿ ਨਹੀਂ ਕੱਟ ਰਹੇ। ਡਾਇਗੋਨਲ ਬਾਈਸੈਕਟ ਵੀ ਨਹੀਂ ਕਰਦੇ ਅਤੇ ਐਂਗਲ ਵੀ 90 ਡਿਗਰੀ ਨਹੀਂ। ਵਿਕਰਨ ਬਰਾਬਰ ਹੁੰਦੇ ਨੇ, ਇਹ ਵੀ ਗਲਤ ਹੈ। ਕਿਹੜੀ ਸਟੇਟਮੈਂਟ ਸਹੀ ਹੈ ਬੇਟਾ? ਵਨ ਪੇਅਰ ਆਫ ਓਪੋਜਿਟ ਸਾਈਡਸ ਪੈਰਲਲ, ਸਨਮੁਖ ਭੁਜਾਵਾਂ ਦਾ ਇੱਕ ਜੋੜਾ ਸਮਾਂਤਰ ਹੋਵੇ, ਠੀਕ ਹੈ। ਹੇਠ ਦਿੱਤਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਸਮਾਂਤਰ ਚਤੁਰਭੁਜ ਨੂੰ ਦਰਸਾਉਂਦੀ ਹੈ? ਹੁਣ ਦੱਸਣਾ ਵੀ ਆਪਾਂ ਕਿਹੜੀ ਵਿਸ਼ੇਸ਼ਤਾ ਜਿਹੜੀ ਉਹ ਸਮਾਂਤਰ ਚਤੁਰਭੁਜ ਨੂੰ ਦਰਸਾਉਂਦੀ ਹੈ। ਪਹਿਲਾਂ ਆਪਾਂ ਸਮਲੰਬ ਦੀ ਗੱਲ ਕਰੀ ਸੀ, ਹੁਣ ਸਮਾਂਤਰ ਚਤੁਰਭੁਜ ਦੀ। ਵਿਚ ਆਫ ਦਾ ਫੋਲੋਇੰਗ ਪ੍ਰੋਪਰਟੀ ਆਫ ਪੈਰਲੇਲੋਗ੍ਰਾਮ, ਪੈਰਲੇਲੋਗ੍ਰਾਮ ਦੀ ਕਿਹੜੀ ਪ੍ਰੋਪਰਟੀ ਹੈ? ਇਹਨਾਂ ਦੇ ਵਿੱਚੋਂ ਆਪਾਂ ਦੱਸਣਾ ਵੀ ਸਮਾਂਤਰ ਚਤੁਰਭੁਜ ਦੀ ਪ੍ਰੋਪਰਟੀ ਇਹਨਾਂ ਦੇ ਵਿੱਚੋਂ ਕਿਹੜੀ ਹੈ, ਠੀਕ ਹੈ। ਕਿਹੜੀ ਸਟੇਟਮੈਂਟ ਸਮਾਂਤਰ ਚਤੁਰਭੁਜ? ਅੱਗੇ ਦੇਖੋ ਵੀ ਸਨਮੁਖ ਭੁਜਾਵਾਂ ਸਮਾਂਤਰ ਹੋਣ, ਬਿਲਕੁਲ ਸਹੀ। ਵਿਕਰਨ ਇੱਕ ਦੂਜੇ ਨੂੰ ਸਮਕੋਣ 'ਤੇ ਸਮਦਭਾਜ ਕਰਦੇ ਨੇ 90 ਡਿਗਰੀ 'ਤੇ, 90 ਡਿਗਰੀ ਬਣਦਾ ਵੀ ਗਲਤ ਆ ਇਹ। ਐਵੇਂ ਓਪੋਜਿਟ ਸਾਈਡ ਦਾ ਪੈਰਲਲ, ਇਹ ਸਹੀ ਹੈ। ਡਾਇਗੋਨਲ ਬਾਈਸੈਕਟ ਈਚ ਅਦਰ ਐਟ ਰਾਈਟ ਐਂਗਲ, ਇਹ ਗਲਤ ਹੈ, ਠੀਕ ਹੈ।
विकिरण समकोण ते कटते ने, ये भी गलत है। विकिरण बराबर होंगे ने, ये भी गलत है। ठीक है। डायगनल्स आर परपेंडिकुलर टू ईच अदर, गलत है क्योंकि ये 90 डिग्री का कोण इत्थे नहीं बन रहा। ऑल डायगनल्स आर इक्वल, गलत है, डायगनल इक्वल भी नहीं होंगे। ये लिए भी किहड़ी स्टेटमेंट सही है बेटा, पहली, सन्मुख भुजावां समांतर होण, ओपोजिट साइड्स आर पैरलल। ठीक है। समांतर चतुर्भुज लई नोट कर लो बेटा, ਜਾਂ पैरेललोग्राम ਲਈ समांतर चतुर्भुज ਦੇ ਵਿੱਚ सन्मुख ਭੁਜਾਵਾਂ समांतर भी ਹੁੰਦੀਆਂ ਨੇ ਤੇ ਬਰਾਬਰ ਵੀ ਹੁੰਦੀਆਂ ਨੇ, सन्मुख ਕੋਣ ਵੀ ਬਰਾਬਰ ਹੁੰਦੇ ਨੇ, ਵਿਕਿਰਨ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ। ਠੀਕ ਹੈ। ਤੇ ਜਿਹੜੇ ਲਾਗਵੇਂ ਕੋਣ ਹੁੰਦੇ ਨੇ ਉਹਨਾਂ ਦਾ ਜੋੜ 180 ਹੁੰਦਾ ਹੈ। ਠੀਕ ਹੈ। ਅਗਲਾ ਕੁਐਸਚਨ, ਕਿਸੇ ਵੀ ਚਤੁਰਭੁਜ ਵਿੱਚ ਕਿੰਨੇ ਅਧਿਕ ਕੋਣ ਹੋ ਸਕਦੇ ਹਨ? ਕਿੰਨੇ ਅਧਿਕ ਕੋਣ ਕਿਸੇ ਚਤੁਰਭੁਜ ਦੇ ਵਿੱਚ ਹੋ ਸਕਦੇ ਨੇ ਬੇਟਾ? ਅਧਿਕ ਕੋਣ ਕਿੰਨੇ ਹੁੰਦੇ ਨੇ? ਕਿੰਨੀ ਡਿਗਰੀ ਦਾ ਕੋਣ ਹੁੰਦਾ ਜਿਹੜਾ 90 ਡਿਗਰੀ ਤੋਂ ਵੱਡਾ ਹੋਵੇ? ਕਿੰਨੇ ਹੋ ਸਕਦੇ ਨੇ ਵੱਧ ਤੋਂ ਵੱਧ ਅਧਿਕ ਕੋਣ? ਵਾਟ ਇਜ਼ ਦਾ ਮੈਕਸਿਮਮ ਨੰਬਰ ਆਫ obtuse ਐਂਗਲਸ ਵਿਚ ਆ ਕੁਆਡਰੀਲੇਟਰਲ ਕੈਨ ਹੈਵ? ਕਿੰਨੇ ਹੋ ਸਕਦੇ ਨੇ ਬੇਟਾ? ਵੱਧ ਤੋਂ ਵੱਧ 3 ਹੋ ਸਕਦੇ ਨੇ। ਵੱਧ ਤੋਂ ਵੱਧ 3 ਅਧਿਕ ਕੋਣ ਹੋ ਸਕਦੇ ਨੇ। ਠੀਕ ਹੈ। ਦੇਖੋ ਜਿਵੇਂ ਆਪਾਂ ਲੈ ਲਈਏ ਵੀ 91 ਦੇ ਲੈ ਲੈਂਦੇ ਹਾਂ ਤਿੰਨੇ, ਕਿੰਨਾ ਹੋ ਜੂ ਇਹਨਾਂ ਦਾ ਜੋੜ? 9 ਤੀਆ 27, 273। ਤਾਂ ਚੌਥਾ ਕੋਣ ਇਹਦੇ ਵਿੱਚ ਜੁੜ ਕੇ 360 ਬਣ ਜਾਏਗਾ ਨਾ। ਜੇ ਹੁਣ ਆਪਾਂ ਚਾਰੇ ਹੀ 90 ਤੋਂ ਵੱਧ ਲੈ ਲਈਏ ਫਿਰ ਤਾਂ 360 ਤੋਂ ਜੋੜ ਵੱਧ ਜਾਏਗਾ। ਇਸ ਲਈ ਵੱਧ ਤੋਂ ਵੱਧ ਕੋਣ ਆ ਜਿਹੜੇ ਚਤੁਰਭੁਜ ਦੇ ਵਿੱਚ ਉਹ ਕਿੰਨੇ ਹੋ ਸਕਦੇ ਨੇ? ਅਧਿਕ ਕੋਣ 3 ਹੋ ਸਕਦੇ ਨੇ। ਠੀਕ ਹੈ। ਆ ਗਿਆ ਜਿਹੜਾ ਮੈਂ ਤੁਹਾਨੂੰ ਕੁਐਸਚਨ ਦੀ ਗੱਲ ਕਰ ਰਿਹਾ ਸੀ, ਕਿਸੇ ਪੰਜਭੁਜ ਦੇ ਸਾਰੇ ਅੰਦਰੂਨੀ ਕੋਣਾਂ ਦਾ ਜੋੜਫਲ ਕਿੰਨਾ ਹੁੰਦਾ ਹੈ? 180, 360, 540, 720। ਸਮ ਆਫ ਆਲ ਇੰਟੀਰੀਅਰ ਐਂਗਲ ਆਫ ਅ ਪੈਂਟਾਗਨ ਕਿੰਨਾ ਹੁੰਦਾ ਬੇਟਾ? 540। ਤ੍ਰਿਭੁਜ ਦੇ ਵਿੱਚ ਅੰਦਰੂਨੀ ਕੋਣਾਂ ਦਾ ਜੋੜਫਲ ਕਿੰਨਾ ਹੁੰਦਾ? 180। ਚਤੁਰਭੁਜ ਦੇ ਵਿੱਚ ਅੰਦਰੂਨੀ ਕੋਣਾਂ ਦਾ ਜੋੜਫਲ 360। ਪੰਜਭੁਜ ਦੇ ਵਿੱਚ 540 ਹੁੰਦਾ। ਇਹ ਅੰਦਰੂਨੀ ਕੋਣਾਂ ਦਾ ਜੋੜਫਲ ਹੈ। ਜੇ ਬਾਹਰੀ ਕੋਣ ਪੁੱਛ ਲੈਣ, ਕੋਈ ਵੀ ਬਹੁਭੁਜ ਹੋਵੇ, ਤ੍ਰਿਭੁਜ ਹੋਵੇ, ਚਤੁਰਭੁਜ ਹੋਵੇ, ਤਾਂ ਆਪਾਂ ਕਿੰਨਾ ਉੱਤਰ ਦੇਣਾ? 360 ਡਿਗਰੀ। ਅੰਦਰੂਨੀ ਕੋਣ ਆ ਜਿਹੜੇ ਉਹ ਕੱਢਣ ਦਾ ਆਪਣੇ ਕੋਲ ਫਾਰਮੂਲਾ ਵੀ ਹੁੰਦਾ ਹੈ, n-2 ਗੁਣਾ 180। n ਮਤਲਬ ਭੁਜਾਵਾਂ ਦੀ ਸੰਖਿਆ। ਹੁਣ ਮੰਨ ਲਓ ਆਪਾਂ ਤ੍ਰਿਭੁਜ ਲਈ ਕੱਢਣਾ, ਤ੍ਰਿਭੁਜ ਲਈ ਭੁਜਾਵਾਂ ਦੀ ਸੰਖਿਆ ਕਿੰਨੀ ਹੋ ਜਾਏਗੀ? 3। ਮਤਲਬ n ਆ ਜਿਹੜਾ ਉਹ ਆਪਣੇ ਕੋਲ ਕਿੰਨਾ ਹੋ ਜੂ? 3। 3 'ਚੋਂ 2 ਕੱਢੇ ਬੇਟਾ ਇੱਥੇ 1, 1 ਗੁਣਾ 180 ਮਤਲਬ 180। ਤਾਂ ਤ੍ਰਿਭੁਜ ਲਈ ਕਿੰਨਾ ਹੋ ਗਿਆ? ਤ੍ਰਿਭੁਜ ਲਈ ਕਿੰਨਾ ਹੋ ਗਿਆ ਕੋਣ? 180 ਜੋੜਫਲ ਹੋ ਗਿਆ। ਚਤੁਰਭੁਜ ਲਈ ਇੱਥੇ ਆਪਾਂ 4 ਭਰ ਦਾਂਗੇ, 4 - 2 ਗੁਣਾ 180। 4 'ਚੋਂ 2 ਕੱਢੇ 2 ਆ ਜਾਏਗਾ, 2 ਗੁਣਾ 180 ਮਤਲਬ 360। ਇਸ ਫਾਰਮੂਲੇ ਨਾਲ ਆਪਾਂ ਅੰਦਰੂਨੀ ਕੋਣਾਂ ਦਾ ਜੋੜਫਲ ਪਤਾ ਕਰ ਸਕਦੇ ਹਾਂ। n - 2 ਗੁਣਾ 180। n ਮਤਲਬ ਭੁਜਾਵਾਂ ਦੀ ਸੰਖਿਆ। ਠੀਕ ਹੈ। ਅੱਗੇ ਫੇਰ ਦੇਖੋ ਬੇਟਾ, ਕਿਸੇ ਛੇਭੁਜ ਦੇ ਸਾਰੇ ਅੰਦਰੂਨੀ ਕੋਣਾਂ ਦਾ ਜੋੜਫਲ ਹੁੰਦਾ ਹੈ ਸਮ ਆਫ ਆਲ ਇੰਟੀਰੀਅਰ ਐਂਗਲਸ ਆਫ ਹੈਕਸਾਗਨ ਕਿੰਨਾ ਹੁੰਦਾ ਬੇਟਾ? 720 ਹੁੰਦਾ। ਦੇਖੋ ਇਸ ਫਾਰਮੂਲੇ ਨਾਲ ਕੱਢਦੇ ਹਾਂ ਆਪਾਂ, n - 2 ਗੁਣਾ 180। n ਨੂੰ ਆਪਾਂ 7 ਭਰ ਦਿੰਦੇ ਹਾਂ, 6 ਸੌਰੀ 6 ਭੁਜ ਆ ਨਾ, ਤਾਂ 6 ਭਰਾਂਗੇ। 6 - 2 ਗੁਣਾ 180, 6 'ਚ 2 ਕੱਢੇ 4, 4 ਗੁਣਾ 180, 18 ਚੌਕ 72, 720 ਡਿਗਰੀ। ਠੀਕ ਹੈ। ਤਾਂ ਇਹਦੇ ਅੰਦਰੂਨੀ ਕੋਣਾਂ ਦਾ ਜੋੜਫਲ ਕਿੰਨਾ ਹੁੰਦਾ? 720 ਡਿਗਰੀ। ਅੱਗੇ ਕਿਸ ਚਤੁਰਭੁਜ ਦੇ ਸਨਮੁਖ ਕੋਣ ਅਤੇ ਸਾਰੀਆਂ ਭੁਜਾਵਾਂ ਬਰਾਬਰ ਅਤੇ ਵਿਕਿਰਨ ਇੱਕ ਦੂਜੇ ਨੂੰ ਸਮਕੋਣ ਅਤੇ ਸਮਦੁਭਾਜਿਤ ਕਰਦੇ ਹਨ? ਕਿਸ ਦੇ ਵਿੱਚ ਕਰਦੇ ਨੇ ਬੇਟਾ? ਸਨਮੁਖ ਕੋਣ ਬਰਾਬਰ ਹੋਣ, ਸਾਰੀਆਂ ਭੁਜਾਵਾਂ ਬਰਾਬਰ ਹੋਣ ਅਤੇ ਵਿਕਿਰਨ ਇੱਕ ਦੂਜੇ ਨੂੰ ਸਮਕੋਣ ਅਤੇ ਸਮਦੁਭਾਜਿਤ ਕਰਨ। ਇਹ ਤਾਂ ਇੱਕੋ ਹੀ ਕਿਰਤੀ ਹੈ ਜਿਹਦੇ ਵਿੱਚ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ, ਸਨਮੁਖ ਕੋਣ ਬਰਾਬਰ ਹੁੰਦੇ ਨੇ, ਵਿਕਿਰਨ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਨੇ। ਕਿਹਦੇ ਵਿੱਚ ਕਰਦੇ ਨੇ ਬੇਟਾ? ਦੇਖੋ ਕਿਹਦੇ ਵਿੱਚ ਕਰਦੇ ਨੇ? ਸਾਰੀਆਂ ਭੁਜਾਵਾਂ ਬਰਾਬਰ ਵੀ ਹੋਣੀ ਚਾਹੀਦੀਆਂ, ਸਨਮੁਖ ਕੋਣ ਵੀ ਬਰਾਬਰ ਹੋਣੇ ਚਾਹੀਦੇ ਨੇ। ਠੀਕ ਹੈ। ਵਿਕਿਰਨ ਇੱਕ ਦੂਜੇ ਨੂੰ ਸਮਕੋਣ ਅਤੇ ਸਮਦੁਭਾਜਿਤ ਵੀ ਕਰਨੇ ਚਾਹੀਦੇ ਨੇ। ਕਿਹੜਾ ਬਣੂਗਾ ਵੀ? ਦੇਖੋ ਸਮ ਚਤੁਰਭੁਜ, ਸਮਾਂਤਰ ਚਤੁਰਭੁਜ ਸਾਰੀਆਂ ਭੁਜਾਵਾਂ ਬਰਾਬਰ ਨਹੀਂ ਹੁੰਦੀਆਂ, ਇਹ ਕੱਟਿਆ ਜਾਊ। ਆਇਤ ਦੇ ਵਿੱਚ ਵੀ ਸਾਰੀਆਂ ਭੁਜਾਵਾਂ ਬਰਾਬਰ ਨਹੀਂ ਹੁੰਦੀਆਂ, ਇਹ ਵੀ ਕੱਟਿਆ ਜਾਊ। ਪਤੰਗ ਦੇ ਵਿੱਚ ਵੀ ਸਾਰੀਆਂ ਭੁਜਾਵਾਂ ਬਰਾਬਰ ਨਹੀਂ ਹੁੰਦੀਆਂ, ਇਹ ਵੀ ਕੱਟਿਆ ਜਾਊ। ਤਾਂ ਕਿਹੜਾ ਆਊਗਾ ਫਿਰ? ਆਪਸ਼ਨ ਸਹੀ ਕਿਹੜੀ ਆ ਜਾਏਗੀ ਇਹਦੇ ਵਿੱਚੋਂ? ਸਮ ਚਤੁਰਭੁਜ। ਜੇ ਸਮ ਚਤੁਰਭੁਜ ਨਾ ਹੁੰਦੀ ਤਾਂ ਫਿਰ ਸਹੀ ਆਪਸ਼ਨ ਕਿਹੜੀ ਆਉਣੀ ਸੀ? ਵਰਗ। ਠੀਕ ਹੈ। ਐਵੇਂ ਇੰਗਲਿਸ਼ ਦੇ ਵਿੱਚ, ਅ ਕੁਆਡਰੀਲੇਟਰ ਹੂਜ਼ ਆਲ ਸਾਈਡਸ ਆਰ ਇਕੁਅਲ, ਓਪੋਜਿਟ ਐਂਗਲਸ ਆਰ ਇਕੁਅਲ, ਡਾਇਗਨਲ ਬਾਈਸੈਕਟ ਈਚ ਅਦਰ ਐਟ ਰਾਈਟ ਐਂਗਲ, ਇਟ ਇਜ਼ ਅ ਰਹੰਬਸ। ਠੀਕ ਹੈ। ਇਹ ਇਹਦੇ ਲਈ ਸਹੀ ਆਪਸ਼ਨ ਬਣੇਗੀ। ਜੇ ਇਹ ਆਪਸ਼ਨਾਂ ਦੇ ਵਿੱਚ ਨਹੀਂ ਹੋਊਗੀ
ਤਾਂ ਫਿਰ ਕਿਹੜੀ ਆਪਸ਼ਨ ਸਹੀ ਬਣੇਗੀ? ਸਕੁਅਰ, ਵਰਗ। ਠੀਕ ਹੈ। ਅਗਲਾ ਕੁਐਸਚਨ, ਕਿਸ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਬਰਾਬਰ ਤੇ ਸਾਰੇ ਕੋਣ ਬਰਾਬਰ? ਸਨਮੁਖ ਭੁਜਾਵਾਂ ਬਰਾਬਰ ਤੇ ਸਾਰੇ ਕੋਣ ਬਰਾਬਰ। ਹੁਣ ਦੇਖੋ ਵੀ ਇਹਦੇ ਵਿੱਚ ਸਨਮੁਖ ਭੁਜਾਵਾਂ ਬਰਾਬਰ, ਸਾਰੇ ਕੋਣ ਵੀ ਬਰਾਬਰ। ਠੀਕ ਹੈ। ਸਨਮੁਖ ਭੁਜਾਵਾਂ ਬਰਾਬਰ ਚਾਹੀਦੀਆਂ ਆਮੋ ਸਾਹਮਣੇ ਦੀਆਂ, ਤੇ ਸਾਰੇ ਕੋਣ ਬਰਾਬਰ ਨੇ, ਇਹ ਵੀ ਠੀਕ ਹੈ ਇਹਦੇ ਲਈ ਆਪਸ਼ਨ। ਇਹਦੇ ਵਿੱਚ ਵੀ ਸਾਰੀਆਂ ਭੁਜਾਵਾਂ ਬਰਾਬਰ ਹੋ ਗਈਆਂ। ਠੀਕ ਹੈ। ਇਹਦੇ ਵਿੱਚ ਵੀ ਸਾਰੀਆਂ ਭੁਜਾਵਾਂ ਬਰਾਬਰ, ਇਹਦੇ ਵਿੱਚ ਸਨਮੁਖ ਭੁਜਾਵਾਂ ਬਰਾਬਰ ਪਰ ਸਾਰੇ ਕੋਣ ਨਹੀਂ ਬਰਾਬਰ, ਤਾਂ ਇਹਦੇ ਲਈ ਸਹੀ ਆਪਸ਼ਨ ਕਿਹੜੀ ਆ ਜਾਏਗੀ? ਆਇਤ। ਆਇਤ ਦੇ ਵਿੱਚ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਤੇ ਸਾਰੇ ਕੋਣ ਬਰਾਬਰ ਹੁੰਦੇ ਆ। ਠੀਕ ਹੈ। ਤਾਂ ਇਹਦੇ ਲਈ ਸਹੀ ਆਪਸ਼ਨ ਕਿਹੜੀ ਆ ਜਾਏਗੀ ਬੇਟਾ? ਆਇਤ ਆ ਜਾਏਗੀ। ਆ ਕੁਆਡਰੀਲੇਟਰ ਹੂਜ਼ ਓਪੋਜਿਟ ਸਾਈਡਸ ਔਰ ਆਲ ਐਂਗਲਸ ਆਰ ਇਕੁਅਲ ਇਜ਼ ਰੈਕਟੈਂਗਲ। ਠੀਕ ਹੈ। ਆਇਤ ਹੀ ਹੈ ਨਾ, ਜਿਹਦੇ ਵਿੱਚ ਆਮੋ ਸਾਹਮਣੇ ਦੀਆਂ ਭੁਜਾਵਾਂ ਬਰਾਬਰ ਹੁੰਦੀਆਂ ਤੇ ਸਾਰੇ ਕੋਣ ਬਰਾਬਰ ਹੁੰਦੇ ਆ। ਆਮੋ ਸਾਹਮਣੇ ਦੀਆਂ ਭੁਜਾਵਾਂ ਬਰਾਬਰ ਨੇ ਤੇ ਸਾਰੇ ਕੋਣ 90 ਡਿਗਰੀ ਦੇ ਨੇ, ਬਰਾਬਰ ਨੇ, ਰੈਕਟੈਂਗਲ। ਠੀਕ ਹੈ। ਅਗਲਾ ਵੀ, ਕਿਸ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ, ਵਿਕਿਰਨ ਅਤੇ ਸਾਰੇ ਕੋਣ ਬਰਾਬਰ ਹੁੰਦੇ? ਹੁਣ ਦੇਖੋ ਸਨਮੁਖ ਭੁਜਾਵਾਂ, ਸਨਮੁਖ ਭੁਜਾਵਾਂ ਮਤਲਬ ਆਮੋ ਸਾਹਮਣੇ ਦੀਆਂ ਭੁਜਾਵਾਂ ਬਰਾਬਰ ਹੋਣੀਆਂ ਚਾਹੀਦੀਆਂ। ਦੇਖੋ ਆਪਾਂ ਆਇਤ ਬਣਾਉਣੇ ਆ, ਬਰਾਬਰ ਨੇ। ਵਿਕਿਰਨ ਵੀ ਬਰਾਬਰ ਹੁੰਦੇ ਨੇ ਇਹਦੇ ਵਿੱਚ, ਆਇਤ ਦੇ ਵਿੱਚ, ਤੇ ਸਾਰੇ ਕੋਣ ਵੀ ਬਰਾਬਰ ਹੁੰਦੇ ਨੇ। ਤਾਂ ਕਿਹੜੀ ਆਪਸ਼ਨ ਸਹੀ ਬਣੀ ਜੇਗੀ? ਇਹਦੇ ਲਈ ਵੀ ਆਇਤ ਬਣੇਗੀ। ਠੀਕ ਹੈ। ਕੁਆਡਰੀਲੇਟਰ ਹੂਜ਼ ਓਪੋਜਿਟ ਸਾਈਡਸ ਡਾਇਗਨਲਸ ਐਂਡ ਐਂਗਲਸ ਆਰ ਇਕੁਅਲ ਇਜ਼ ਰੈਕਟੈਂਗਲ। ਡੀ ਆਪਸ਼ਨ ਇਹਦੇ ਲਈ ਸਹੀ ਬਣ ਜੇਗੀ। ਅਗਲਾ ਵੀ, ਜੇਕਰ ਕਿਸੇ ਚਤੁਰਭੁਜ ਦੇ ਅੰਦਰਲੇ ਤਿੰਨੇ ਕੋਣਾਂ ਦਾ ਮਾਪ 80 ਡਿਗਰੀ ਹੋਵੇ ਤਾਂ ਚੌਥਾ ਕੋਣ ਦਾ ਮਾਪ ਪਤਾ ਕਰੋ। ਆ ਕੁਆਡਰੀਲੇਟਰ ਹੂਜ਼ ਹੈਜ਼ 3 acute angles, it if each measure 80 degree then the measure of fourth angle will be। ਤਾਂ ਆਪਾਂ ਚਾਰੇ ਕੋਣਾਂ ਦਾ ਜੋੜ ਕਿੰਨਾ ਹੋਣਾ ਚਾਹੀਦਾ ਬੇਟਾ? 360। ਤਾਂ ਆਪਾਂ ਚੌਥੇ ਨੂੰ ਐਕਸ ਮੰਨ ਲਾਂਗੇ, ਇਹਨਾਂ ਦਾ ਜੋੜ ਕਿੰਨਾ ਹੋ ਜਾਏਗਾ? 240 ਪਲੱਸ ਐਕਸ ਬਰਾਬਰ 360। ਐਕਸ ਬਰਾਬਰ 360 ਮਾਈਨਸ 240 ਕਿੰਨਾ ਬਣ ਜਾਏਗਾ ਬੇਟਾ? 120 ਡਿਗਰੀ। 120 ਬਣ ਜਾਏਗਾ ਨਾ ਘਟਾ ਕੇ। ਤਾਂ ਇਸ ਕਰਕੇ ਜਿਹੜਾ ਚੌਥਾ ਐਂਗਲ ਆਪਾਂ ਕੱਢਣਾ ਹੈ ਉਹ ਕਿੰਨਾ ਆ ਜਾਏਗਾ? 120 ਡਿਗਰੀ ਆ ਜਾਏਗਾ, ਕਿਉਂਕਿ ਚਤੁਰਭੁਜ ਦੇ ਚਾਰੇ ਕੋਣਾਂ ਦਾ ਜੋੜਫਲ ਕਿੰਨਾ ਹੁੰਦਾ? 360 ਡਿਗਰੀ। ਠੀਕ ਹੈ। ਅਤੇ ਇਹਦੇ ਲਈ ਜਿਹੜੀ ਸਹੀ ਆਪਸ਼ਨ ਆ ਜਾਏਗੀ ਉਹ 120 ਡਿਗਰੀ ਆ ਜਾਏਗੀ। ਠੀਕ ਹੈ। ਕਿਸੇ ਸਮਾਂਤਰ ਚਤੁਰਭੁਜ ਦੇ ਲਾਗਵੇਂ ਕੋਣ ਬਰਾਬਰ ਹੋਣ ਤਾਂ ਉਹ ਡੈਸ਼ ਹੁੰਦੀ ਹੈ। ਸਮਾਂਤਰ ਚਤੁਰਭੁਜ ਦੇ ਲਾਗਵੇਂ ਕੋਣ ਬਰਾਬਰ ਹੋ ਜਾਣ ਤਾਂ ਕਿਹੜੀ ਹੁੰਦੀ ਹੈ ਵੀ? ਸਮਾਂਤਰ ਚਤੁਰਭੁਜ ਦੇ ਲਾਗਵੇਂ ਕੋਣ ਬਰਾਬਰ ਹੋ ਜਾਣ ਤਾਂ ਉਹ ਕਿਹੜੀ ਚਤੁਰਭੁਜ ਬਣ ਜਾਂਦੀ ਹੈ? ਸਮਾਂਤਰ ਅਸਮ ਚਤੁਰਭੁਜ। ਠੀਕ ਹੈ। ਲਾਗਵੇਂ ਕੋਣ ਜਦੋਂ ਬਰਾਬਰ ਹੋ ਗਏ ਤਾਂ ਉਹ ਸਮ ਚਤੁਰਭੁਜ ਬਣ ਜਾਂਦੀ ਹੈ। ਠੀਕ ਹੈ। ਐਡਜੈਸੈਂਟ ਐਂਗਲ ਆਫ ਪੈਰਲਲੋਗ੍ਰਾਮ ਆਰ ਇਕੁਅਲ, ਦਾ ਪੈਰਲਲੋਗ੍ਰਾਮ ਇਜ਼ ਅ ਰਹੰਬਸ। ਠੀਕ ਹੈ। ਕਲੀਅਰ ਹੈ ਬੇਟਾ। ਅੱਗੇ ਆਪਣਾ ਅਗਲਾ ਚੈਪਟਰ ਹੈ ਪ੍ਰੋਗਿਕ ਜਮਾਇਤੀ, ਪ੍ਰੈਕਟੀਕਲ ਜਿਮਿਟਰੀ। ਫਸਟ, the least number of measurement required to draw a unique triangle will be 1 2 3 4। ਇੱਕ ਵਿਲੱਖਣ ਤ੍ਰਿਭੁਜ ਬਣਾਉਣ ਲਈ ਸਾਨੂੰ ਘੱਟੋ ਘੱਟ ਕਿੰਨੇ ਮਾਪਾਂ ਦੀ ਲੋੜ ਪਵੇਗੀ? ਬਹੁਤ ਇੰਪੋਰਟੈਂਟ ਕੁਐਸਚਨ ਹੈ। ਕਿੰਨੇ ਮਾਪਾਂ ਦੀ ਲੋੜ ਪਵੇਗੀ ਬੇਟਾ? ਘੱਟੋ ਘੱਟ ਆਪਾਂ ਨੂੰ 3 ਮਾਪ ਆਪਾਂ ਨੂੰ ਹੋਣੇ ਚਾਹੀਦੇ ਨੇ ਜੇ ਆਪਾਂ ਇੱਕ ਵਿਲੱਖਣ ਤ੍ਰਿਭੁਜ ਬਣਾਉਣੀ ਹੈ। ਇੱਕ ਯੂਨੀਕ ਟ੍ਰਾਇੰਗਲ ਬਣਾਉਣ ਲਈ ਆਪਣੇ ਕੋਲ ਘੱਟੋ ਘੱਟ 3 ਮਾਪ ਹੋਣੇ ਚਾਹੀਦੇ ਨੇ। ਜਾਂ ਤਾਂ ਤਿੰਨੇ ਭੁਜਾਵਾਂ ਦਿੱਤੀਆਂ ਹੋਣ, ਜਾਂ 2 ਭੁਜਾਵਾਂ ਇੱਕ ਕੋਣ ਦਿੱਤਾ ਹੋਵੇ, ਜਾਂ 2 ਕੋਣ ਇੱਕ ਭੁਜਾ ਦਿੱਤੀ ਹੋਵੇ। ਕਿੰਨੇ ਮਾਪ ਹੋਣੇ ਚਾਹੀਦੇ ਨੇ ਬੇਟਾ? 3 ਮਾਪ ਹੋਣੇ ਚਾਹੀਦੇ ਨੇ। ਅਗਲਾ ਕੁਐਸਚਨ ਇਹ ਵੀ ਇੰਪੋਰਟੈਂਟ ਆ ਬੇਟਾ, ਦਾ ਲੀਸਟ ਨੰਬਰ ਆਫ ਮੇਜਰਮੈਂਟ ਰਿਕੁਆਇਰਡ ਟੂ ਡਰਾ ਆ ਯੂਨੀਕ ਕੁਆਡਰੀਲੇਟਰ ਵਿਲ ਵੀ 2 3 4 5। ਇੱਕ ਵਿਲੱਖਣ ਚਤੁਰਭੁਜ ਬਣਾਉਣ ਲਈ ਸਾਨੂੰ ਘੱਟੋ ਘੱਟ ਮਾਪਾਂ ਦੀ ਲੋੜ ਪਵੇਗੀ। ਕਿੰਨੇ ਮਾਪਾਂ ਦੀ ਲੋੜ ਪਵੇਗੀ? 2 3 4 5। ਕਿੰਨੇ ਮਾਪਾਂ ਦੀ ਲੋੜ ਪਏਗੀ ਬੇਟਾ? ਘੱਟੋ ਘੱਟ ਆਪਾਂ ਨੂੰ 5 ਮਾਪ ਹੋਣੇ ਚਾਹੀਦੇ ਨੇ ਜੇ ਆਪਾਂ ਇੱਕ ਵਿਲੱਖਣ ਚਤੁਰਭੁਜ ਬਣਾਉਣੀ ਹੈ। ਅਗਲਾ ਵੀ, ਵਿਚ ਆਫ ਦਾ ਫੋਲੋਇੰਗ ਐਂਗਲ ਇਜ਼ ਨਾਟ ਪੋਸੀਬਲ ਟੂ ਡਰਾ ਯੂਜ਼ਿੰਗ ਕੰਪਾਸ। ਹੇਠ ਲਿਖਿਆਂ ਵਿੱਚੋਂ ਕਿਹੜਾ ਕੋਣ ਪ੍ਰਕਾਰ ਦੀ ਸਹਾਇਤਾ ਨਾਲ ਬਣਾਉਣਾ ਸੰਭਵ ਨਹੀਂ? ਇਹ ਤਾਂ ਆਸਾਨ ਹੀ ਹੈ। ਉਹ ਕੋਣ ਜਿਹੜੇ 15 ਦੇ ਪਹਾੜੇ ਵਿੱਚ ਆਉਂਦੇ ਨੇ ਉਹ ਆਪਾਂ ਬਣਾਉਣੇ ਆ। 30 ਵੀ ਬਣਾ ਸਕਦੇ ਹਾਂ ਆਪਾਂ ਪ੍ਰਕਾਰ ਨਾਲ, 45 ਵੀ ਬਣਾ ਸਕਦੇ ਹਾਂ, 45 ਦਾ ਅੱਧ ਕਰਕੇ 22.5 ਵੀ ਬਣਾ ਸਕਦੇ ਹਾਂ। ਤਾਂ 50 ਡਿਗਰੀ ਦਾ ਕੋਣ ਆਪਾਂ ਪ੍ਰਕਾਰ ਨਾਲ ਨਹੀਂ ਬਣਾ ਸਕਦੇ। ਠੀਕ ਹੈ। ਇਹ ਡੀ ਨਾਲ ਬਣਾਉਣੇ ਆਪਾਂ। ਤਾਂ ਇਹਦੇ ਲਈ ਸਹੀ ਆਪਸ਼ਨ ਕਿਹੜੀ ਆ ਜਾਏਗੀ? 50 ਡਿਗਰੀ।
A quadrilateral having its four sides and four angles equal to each other is known as rectangle, square, parallelogram, rhombus। ਇੱਕ ਚਤਰਭੁਜ ਜਿਸ ਦੀਆਂ ਚਾਰੋਂ ਭੁਜਾਵਾਂ ਅਤੇ ਚਾਰੋਂ ਕੋਣ ਆਪਸ ਵਿੱਚ ਬਰਾਬਰ ਹੋਣ ਤਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ ਬੇਟਾ? ਵਰਗ। ਠੀਕ ਹੈ। ਸਕੇਅਰ ਕਿਹੜੀ ਚਤਰਭੁਜ ਆ? ਉਹ ਵਰਗ ਹੈ ਜਿਹਦੇ ਵਿੱਚ ਸਾਰੇ ਕੋਣ ਬਰਾਬਰ ਹੁੰਦੇ ਆ, ਸਾਰੀਆਂ ਭੁਜਾਵਾਂ ਵੀ ਬਰਾਬਰ ਹੁੰਦੀਆਂ। The diagonal of rhombus are dash to each other, equal, perpendicular, bisector, both, none of these। ਇੱਕ ਸਮ ਚਤਰਭੁਜ ਦੇ ਵਿਕਿਰਨ ਆਪਸ ਵਿੱਚ ਡੈਸ਼ ਹੁੰਦੇ ਹਨ, ਬਰਾਬਰ, ਲੰਬ ਸਮਦਭਾਜਕ ਦੋਨੋਂ ਕੀ ਹੁੰਦੇ ਨੇ ਬੇਟਾ? ਲੰਬ ਸਮਦਭਾਜਕ ਹੁੰਦੇ ਨੇ। ਪਰਪੈਂਡੀਕੂਲਰ ਬਾਈਸੈਕਟਰ ਹੁੰਦੇ ਨੇ ਰੋਹੰਬਸ ਦੇ ਡਾਇਗਨਲ। ਸਮ ਚਤਰਭੁਜ ਦੇ ਵਿਕਿਰਨ ਲੰਬ ਸਮਦਭਾਜਕ ਹੁੰਦੇ ਨੇ, ਮਤਲਬ ਇੱਕ ਦੂਜੇ 'ਤੇ ਸਮਕੋਣ ਦੇ ਵੀ ਕੱਟਦੇ ਨੇ, 90 ਡਿਗਰੀ ਦਾ ਕੋਣ ਵੀ ਬਣਾਉਂਦੇ ਨੇ ਅਤੇ ਸਮਦਭਾਜਕ ਵੀ ਕਰਦੇ ਨੇ। ਠੀਕ ਹੈ, ਸਮਦਭਾਜਕ ਵੀ ਕਰਦੇ ਨੇ। ਇਹ ਹੋ ਗਈ ਸਮ ਚਤਰਭੁਜ। ਦੇਖੋ 90 ਡਿਗਰੀ 'ਤੇ ਕੱਟਦੇ ਵੀ ਨੇ, ਠੀਕ ਹੈ, ਵਿਕਿਰਨ, ਅਤੇ ਬਰਾਬਰ ਵੀ ਹੁੰਦੇ ਨੇ, ਸਮਦਭਾਜਕ ਵੀ ਹੁੰਦੇ ਨੇ। ਠੀਕ ਹੈ। ਅਗਲਾ ਕੁਐਸਚਨ ਵੀ, ਇਫ all the angle in parallelogram becomes equal then the shape we get will be square, rectangle, rhombus, trapezium। ਜੇਕਰ ਸਮਾਂਤਰ ਚਤਰਭੁਜ ਦੇ ਚਾਰੇ ਕੋਣ ਬਰਾਬਰ ਕਰ ਦਿੱਤੇ ਜਾਣ ਤਾਂ ਸਾਨੂੰ ਕਿਹੜੀ ਆਕ੍ਰਿਤੀ ਪ੍ਰਾਪਤ ਹੋਏਗੀ? ਜੇ ਸਮਾਂਤਰ ਚਤਰਭੁਜ ਦੇ ਚਾਰੇ ਕੋਣ ਬਰਾਬਰ ਕਰ ਦਿੱਤੇ ਜਾਣ ਤਾਂ ਕਿਹੜੀ ਆਕ੍ਰਿਤੀ ਪ੍ਰਾਪਤ ਹੋਏਗੀ ਬੇਟਾ? ਆਇਤ। ਤੇ ਸਾਰੇ ਕੋਣ 90 ਡਿਗਰੀ ਦੇ ਹੋ ਜਾਣਗੇ ਨਾ, ਰੈਕਟੈਂਗਲ ਬਣ ਜਾਏਗੀ ਉਹ। ਠੀਕ ਹੈ, ਜਦੋਂ ਚਾਰੇ ਕੋਣ ਬਰਾਬਰ ਕਰਤੇ ਤਾਂ ਹਰੇਕ ਕੋਣ 90 ਡਿਗਰੀ ਦਾ ਹੋ ਜਾਏਗਾ। ਜੇ ਹਰੇਕ ਕੋਣ 90 ਡਿਗਰੀ ਦਾ ਹੋ ਗਿਆ ਤਾਂ ਸਮਾਂਤਰ ਚਤਰਭੁਜ ਇੱਕ ਆਇਤ ਬਣ ਜਾਏਗੀ। ਠੀਕ ਹੈ। ਆ ਕੁਆਡਰੀਲੇਟਰਲ ਇਨ ਵਿਚ ਪੇਅਰ ਆਫ ਟੂ ਐਡਜੈਸੈਂਟ ਲਾਈਨਸ ਇਜ਼ ਨੋਨ ਐਜ਼, ਜਿਹਦੇ ਵਿੱਚ ਲਾਗਮੀਆਂ ਭੁਜਾਵਾਂ ਦੇ ਜੋੜੇ ਬਰਾਬਰ ਹੋਣਗੇ। ਠੀਕ ਹੈ, ਕਾਈਟ, ਸਕੇਅਰ, ਰੈਕਟੈਂਗਲ, ਰੋਹੰਬਸ। ਇੱਕ ਚਤਰਭੁਜ ਜਿਸ ਵਿੱਚ ਲਾਗਮੀਆਂ ਭੁਜਾਵਾਂ ਦੇ ਜੋੜੇ ਬਰਾਬਰ ਹੁੰਦੇ ਹਨ। ਕੀ ਹੁੰਦੀ ਹੈ ਬੇਟਾ ਉਹ? ਕਈ ਵਾਰੀ ਕਰ ਚੁੱਕੇ ਹਾਂ ਆਪਾਂ। ਕੀ ਬੋਲਦੇ ਹਾਂ ਉਹਨੂੰ ਆਪਾਂ? ਪਤੰਗ। ਨਾਲ ਲੱਗਦੀਆਂ ਜਿਹੜੀਆਂ ਨੇ ਉਹ ਬਰਾਬਰ ਹੁੰਦੀਆਂ ਨੇ, ਉਹ ਕੀ ਹੁੰਦਾ? ਪਤੰਗ ਹੁੰਦਾ। ਆਹ ਦੋਵੇਂ ਬਰਾਬਰ, ਆਹ ਦੋਵੇਂ ਬਰਾਬਰ। ਠੀਕ ਹੈ, ਕਿਹੜੀ ਆਕ੍ਰਿਤੀ ਹੁੰਦੀ ਹੈ ਬੇਟਾ? ਇਹ ਪਤੰਗ। ਅਗਲਾ ਕੁਐਸਚਨ, ਇਫ the three angles of a quadrilateral 30, 60 and 120 degree then what will be its fourth angle। ਕਿਸੇ ਚਤਰਭੁਜ ਦੇ ਤਿੰਨ ਕੋਣ 30 ਡਿਗਰੀ, 60 ਡਿਗਰੀ ਅਤੇ 120 ਡਿਗਰੀ ਨੇ। ਚੌਥਾ ਕੋਣ ਪਤਾ ਕਰੋ। ਇਹ ਤਾਂ ਕਰ ਚੁੱਕੇ ਆਪਾਂ। ਤਾਂ ਜੋੜ ਦਾਂਗੇ ਚਾਰਾਂ ਨੂੰ, 30, 60, 120। ਚੌਥੇ ਨੂੰ ਆਪਾਂ ਕਿੰਨਾ ਮੰਨ ਲੈਂਦੇ? ਐਕਸ। ਚੌਥੇ ਨੂੰ ਆਪਾਂ ਕਿੰਨਾ ਮੰਨ ਲਈਏ ਬੇਟਾ? ਐਕਸ। ਠੀਕ ਹੈ, ਜੋੜ ਕਿੰਨਾ ਹੋਊਗਾ? ਚਤਰਭੁਜ ਦੇ ਕੋਣਾਂ ਦਾ ਜੋੜਫਲ 360। ਇਹਨਾਂ ਦਾ ਜੋੜਫਲ ਕਿੰਨਾ ਹੋ ਗਿਆ ਬੇਟਾ? 90। 30 ਅਤੇ 60, 90। 90 ਅਤੇ 120 ਵੀ 210 ਪਲੱਸ ਐਕਸ ਬਰਾਬਰ 360 ਡਿਗਰੀ। ਐਕਸ ਬਰਾਬਰ 360 ਮਾਈਨਸ 210 ਕਿੰਨਾ ਬਣ ਜਾਏਗਾ? ਘਟਾ ਕੇ 150। 150 ਡਿਗਰੀ ਆ ਜਾਏਗਾ ਚੌਥਾ ਕੋਣ। ਠੀਕ ਹੈ, फोर्थ एंगल विल बी 150 डिग्री। ठीक है, तो बाद 4 अंकों वाले क्वेश्चन ने भी आसान ही ने। ड्रा आ स्क्वायर हुज वन साइड इज 6 सेंटीमीटर। एक वर्ग की रचना करो जिस दी एक भुजा की लंबाई 6 सेंटीमीटर है। की करांगे बेटा? आप 6 सेंटीमीटर रेखाखंड खिंचांगे, इत्थे 90 डिग्री का कोण बनावांगे प्रकार नाल, इत्थे फिर 90 डिग्री का कोण बनावांगे प्रकार नाल। ठीक है, तो फिर की करना? इन्हों अगे वधा देंगे, इत्थे प्रकार रख के 6 सेंटीमीटर चाप ला देंगे, ਇੱਥੇ ਵੀ ਐਂ ਕਰਾਂਗੇ, ਚਾਪ ਲਾ ਦਾਂਗੇ, ਇਹਨਾਂ ਨੂੰ ਮਿਲਾ ਦਾਂਗੇ। ਠੀਕ ਹੈ, ਇਹ ਆਪਣੇ ਕੋਲ ਵਰਗ ਬਣ ਜਾਏਗਾ ABCD। ਠੀਕ ਹੈ, ਉਦੋਂ ਅੱਗੇ ਡਰਾ ਰੈਕਟੈਂਗਲ ਹੂਜ ਐਡਜੈਸੈਂਟ ਸਾਈਡਸ ਆਰ 4 ਸੈਂਟੀਮੀਟਰ ਐਂਡ 6 ਸੈਂਟੀਮੀਟਰ। ਇੱਕ ਆਇਤ ਦੀ ਰਚਨਾ ਕਰੋ ਜਿਸ ਦੀਆਂ ਲਾਗਮੀਆਂ ਭੁਜਾਵਾਂ 4 ਸੈਂਟੀਮੀਟਰ ਅਤੇ 6 ਸੈਂਟੀਮੀਟਰ ਹਨ। ਕਿਵੇਂ ਕਰਾਂਗੇ? ਪਹਿਲਾਂ ਮੰਨ ਲਓ ਆਪਾਂ 6 ਸੈਂਟੀਮੀਟਰ ਖਿੱਚ ਲਿਆ। ਆਇਤ ਦੇ ਵਿੱਚ ਕੋਣ ਕਿੰਨੇ ਦੇ ਬਣਨਗੇ? ਵੀ 90 ਡਿਗਰੀ। ਪ੍ਰਕਾਰ ਦੀ ਸਤਹ ਨਾਲ 90 ਡਿਗਰੀ ਦੇ ਕੋਣ ਬਣਾ ਦਿਓ ਦੋਨੇ ਪਾਸੇ। ਠੀਕ ਹੈ, 6 ਸੈਂਟੀਮੀਟਰ ਆਪਾਂ ਇਹ ਇੱਥੇ 6 ਖਿੱਚਿਆ, ਪ੍ਰਕਾਰ ਦੀ ਸਹਾਇਤਾ ਨਾਲ ਦੋਨੇ ਪਾਸੇ 90 ਡਿਗਰੀ ਦੇ ਕੋਣ ਬਣਾ ਦੋਗੇ। ਉਦੋਂ ਬਾਅਦ ਫਿਰ 4-4 ਸੈਂਟੀਮੀਟਰ ਦੋਨੇ ਪਾਸੇ ਆਪਾਂ ਚਾਪ ਲਾ ਕੇ ਕੱਟ ਦੇਣਾ, ਬਾਅਦ 'ਚ ਮਿਲਾ ਦੇਣਾ। ਠੀਕ ਹੈ, ਇਹ ਆਪਣੀ ABCD ਇੱਕ ਆਇਤ ਬਣ ਜਾਏਗੀ, ਰੈਕਟੈਂਗਲ ਬਣ ਜਾਏਗੀ। ਠੀਕ ਹੈ,
ਅੱਗੇ ਡਰਾ ਆ ਰੋਮਬਸ ਹੈਵਿੰਗ ਡਾਇਗਨਲ ਆਫ ਲੈਂਥ 4 ਸੈਂਟੀਮੀਟਰ ਐਂਡ 6 ਸੈਂਟੀਮੀਟਰ। ਸਮਚਤੁਰਭੁਜ ਦੀ ਰਚਨਾ ਕਰੋ ਜਿਹਦੇ ਵਿਕਿਰਨਾਂ ਦੀ ਲੰਬਾਈ 4 ਤੇ 6 ਸੈਂਟੀਮੀਟਰ ਹੈ। ਤਾਂ ਆਪਾਂ ਕੀ ਕਰਾਂਗੇ, ਪਹਿਲਾਂ ਆਪਾਂ ਵਿਕਿਰਨ ਬਣਾਵਾਂਗੇ ਬੇਟਾ ਏਸੀ ਤੇ ਵੀਡੀ ਵਿਕਿਰਨ ਬਣ ਗਏ, ਇਹਨੂੰ ਖਿੱਚ ਲਾਂਗੇ ਆਪਾਂ 6 ਸੈਂਟੀਮੀਟਰ। ਉਦੋਂ ਬਾਅਦ ਬੇਟਾ ਆਪਾਂ ਇਹਦਾ ਸਮਦਭਾਜਿਤ ਕਰਨਾ, ਅੱਧ ਤੋਂ ਵੱਧ ਪ੍ਰਕਾਰ ਖੋਲ੍ਹ ਕੇ ਆਪਾਂ ਚਾਪਾਂ ਲਾਉਣੀਆਂ ਦੋਨੇ ਪਾਸੇ। ਸਮਦਭਾਜਿਤ ਕਰਤਾ, 4 ਸੈਂਟੀਮੀਟਰ ਚਾਹੀਦਾ ਆਪਾਂ ਨੂੰ, 2 ਆਪਾਂ ਉੱਪਰ ਕੱਟ ਦਾਂਗੇ, 2 ਆਪਾਂ ਨੀਚੇ ਕੱਟ ਦਾਂਗੇ। ਜਿੱਥੇ ਕੱਟਿਆ ਗਿਆ ਉਹ ਆਪਾਂ ਮਿਲਾ ਦਾਂਗੇ ਤਾਂ ਆਪਣੇ ਕੋਲ ਸਮਚਤੁਰਭੁਜ ਬਣ ਜਾਏਗੀ। ਠੀਕ ਹੈ, ਪਹਿਲਾਂ ਆਪਾਂ ਇਹ ਖਿੱਚਣਾ, ਫਿਰ ਆਪਾਂ ਇਹਦਾ ਸਮਦਭਾਜ ਕਰਾਂਗੇ, ਫਿਰ 2 ਉੱਪਰ 2 ਨੀਚੇ ਕੱਟਣਾ, ਕਿਉਂਕਿ ਟੋਟਲ ਆਪਾਂ ਨੂੰ 4 ਚਾਹੀਦਾ। ਬਾਅਦ 'ਚ ਜਿੱਥੇ ਕੱਟੇ ਜਾਣਗੇ ਉਹ ਆਪਾਂ ਉਹਨਾਂ ਨੂੰ BD ਬਿੰਦੂ ਲਿਖ ਦਾਂਗੇ। ABCD ਆਪਣੀ ਸਮਚਤੁਰਭੁਜ ਬਣ ਜਾਏਗੀ। ਡਰਾ ਦਾ ਫੋਲੋਇੰਗ ਐਂਗਲ ਵਿਦ ਦਾ ਹੈਲਪ ਆਫ ਪੈਨਸਲ ਐਂਡ ਕੰਪਾਸ। ਪੈਨਸਲ ਪ੍ਰਕਾਰ ਦੀ ਸਹਾਇਤਾ ਨਾਲ ਹੇਠ ਲਿਖੇ ਕੋਣ ਬਣਾਓ, ਇਹ ਤੁਸੀਂ ਬਣਾ ਸਕਦੇ ਹੋ, ਸਿੱਖੇ ਹੋਏ ਆਪਾਂ। ਅੱਗੇ ਵੀ ਅਗਲਾ, ਇਫ ਟੂ ਐਂਗਲ ਆਫ ਟ੍ਰਾਇੰਗਲ ਆਰ 30 ਐਂਡ 50 ਡਿਗਰੀ ਦੈਨ ਵਾਟ ਵਿਲ ਬੀ ਦਾ ਮੇਜਰ ਆਫ ਥਰਡ ਐਂਗਲ। ਕਿਸੇ ਤਿਕੋਣ ਦੇ 2 ਕੋਣ 30 ਡਿਗਰੀ ਅਤੇ 50 ਡਿਗਰੀ ਹਨ, ਤੀਸਰਾ ਕੋਣ ਪਤਾ ਕਰੋ। ਕਿੰਨਾ ਹੋਊਗਾ ਤੀਸਰਾ ਕੋਣ ਬੇਟਾ? 100 ਡਿਗਰੀ, ਕਿਉਂਕਿ ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ 180 ਹੁੰਦਾ। 2 ਦਾ ਜੋੜ ਆਪਣੇ ਕੋਲ 30 ਅਤੇ 50 ਕਿੰਨਾ ਬਣ ਗਿਆ? 80। ਤਾਂ ਕਰਕੇ ਤੀਜਾ ਕੋਣ ਆ ਜਿਹੜਾ ਉਹ ਕਿੰਨੇ ਦਾ ਹੋ ਜਾਏਗਾ? 100 ਦਾ। ਜਾਂ ਆਪਾਂ ਕਰਨਾ ਹੋਵੇ ਕਿਵੇਂ ਕਰਾਂਗੇ, 30 + 50, ਤੀਜਾ ਕੋਣ ਮੰਨ ਲਓ x ਬਰਾਬਰ 180 ਦੇ। ਠੀਕ ਹੈ, 30 ਅਤੇ 50 ਦਾ ਜੋੜ 80 ਬਣ ਜਾਏਗਾ। 80 + x ਬਰਾਬਰ 180, x ਬਰਾਬਰ 180 - 80 ਮਤਲਬ 100 ਡਿਗਰੀ। ਤੀਜਾ ਕੋਣ ਕਿੰਨਾ ਹੋਏਗਾ? 100 ਡਿਗਰੀ ਹੋਏਗਾ। ਠੀਕ ਹੈ ਬੇਟਾ, ਇਹ ਸੀ ਆਪਣੇ 2 ਚੈਪਟਰਾਂ ਦੇ 1 ਅੰਕਾਂ ਵਾਲੇ ਅਤੇ ਕੁਛ 4 ਅੰਕਾਂ ਵਾਲੇ ਕੁਐਸਚਨ। ਮੈਨੂੰ ਉਮੀਦ ਆ ਤੁਹਾਨੂੰ ਇਹ ਸਮਝ ਆਏ ਹੋਣਗੇ। ਠੀਕ ਹੈ ਬੇਟਾ, ਇਹਨੂੰ ਆਪਣੀ ਕਾਪੀ 'ਤੇ ਨੋਟ ਕਰ ਲੈਣਾ। ਅਗਰ ਇੱਕ ਵਾਰੀ ਨਹੀਂ ਸਮਝ ਲੱਗਿਆ ਤਾਂ ਦੁਬਾਰਾ ਵੀਡੀਓ ਦੇਖ ਲੈਣੀ ਹੈ। ਥੈਂਕ ਯੂ ਬੇਟਾ।